ਡੀਅਰ ਸਟੂडेंट्स वेलकम। ਅੱਜ ਦੀ ਇਸ ਵੀਡੀਓ ਦੇ ਵਿੱਚ ਆਪਣਾ ਟੌਪਿਕ ਹੈ ਇੰਪੋਰਟੈਂਸ ਆਫ ਸਸਟੇਨੇਬਲ ਡਿਵੈਲਪਮੈਂਟ, ਨਿਰੰਤਰ ਵਿਕਾਸ ਜਾਂ ਟਿਕਾਊ ਵਿਕਾਸ ਦੀ ਮਹੱਤਤਾ। ਟਿਕਾਊ ਵਿਕਾਸ ਦਾ ਜਿਹੜਾ ਕਨਸੈਪਟ ਆ ਉਹ ਸਾਡੇ ਸਮਾਜਿਕ, ਆਰਥਿਕ, ਰਾਜਨੀਤਿਕ, ਖੇਤੀਬਾੜੀ, ਮੈਡੀਕਲ, ਉਦਯੋਗਿਕ ਅਤੇ ਜਨਸੰਖਿਆ ਦੇ ਖੇਤਰਾਂ ਦੇ ਵਿੱਚ ਬਹੁਤ ਹੀ ਮਹੱਤਵਪੂਰਨ ਹੈ ਅਤੇ ਅੱਜ ਦੇ ਟਾਈਮ ਦੇ ਅਕੋਰਡਿੰਗ ਇਹ ਬਹੁਤ ਜ਼ਿਆਦਾ ਜ਼ਰੂਰੀ ਵੀ ਬਣ ਚੁੱਕਿਆ ਹੈ ਅਤੇ ਜਿਹੜਾ ਐਜੂਕੇਸ਼ਨ ਦਾ ਫੀਲਡ ਹੈ ਉਹ ਵੀ ਇਹਦੇ ਤੋਂ ਵੱਖਰਾ ਨਹੀਂ ਹੈ। ਇਸ ਕਰਕੇ ਜਿਹੜੀ ਸਸਟੇਨੇਬਲ ਡਿਵੈਲਪਮੈਂਟ ਹੈ ਇਹਦੀ ਬਹੁਤ ਹੀ ਜ਼ਿਆਦਾ ਇੰਪੋਰਟੈਂਸ ਹੈ। ਸਭ ਤੋਂ ਪਹਿਲਾਂ ਹੈ ਜਸਟੀਫਾਈਏਬਲ ਡਿਵੈਲਪਮੈਂਟ, ਨਿਆਂਸੰਗਤ ਵਿਕਾਸ। ਜਿਹੜਾ ਨਿਰੰਤਰ ਵਿਕਾਸ ਹੈ ਉਹ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਬਿਨਾਂ ਦਸਤਕ ਦਿੱਤੇ ਵਰਤਮਾਨ ਪੀੜ੍ਹੀ ਦੀਆਂ ਲੋੜਾਂ ਦੀ ਪੂਰਤੀ ਕਰਨ ਦੇ ਲਈ ਨਿਆਂਸੰਗਤ ਵਿਕਾਸ ਦੀ ਜਿਹੜੀ ਪਾਲਿਸੀ ਹੈ ਉਹਨੂੰ ਇਹ ਅਡੋਪਟ ਕਰਦਾ ਹੈ। ਟੂ ਮੇਨਟੇਨ ਫਾਈਨੈਂਸ਼ੀਅਲ ਸਟੈਬਿਲਿਟੀ। ਹੁਣ ਜਿਹੜੀ ਫਾਈਨੈਂਸ਼ੀਅਲ ਸਟੈਬਿਲਿਟੀ ਹੈ ਉਹਨੂੰ ਮੇਨਟੇਨ ਕਰਨ ਦੇ ਲਈ ਵੀ ਇਹ ਜ਼ਰੂਰੀ ਹੈ। ਕਿਸ ਤਰੀਕੇ ਨਾਲ? ਕਿਉਂਕਿ ਇਹਦੇ ਨਾਲ ਜਿਹੜੇ ਅਸੀਂ ਫਾਈਨਾਂਸ ਦੇ ਵਿੱਚ ਜੇਕਰ ਸਟੈਬਿਲਿਟੀ ਹੋਏਗੀ, ਉਹਦੀ ਮੇਨਟੇਨੈਂਸ ਸਹੀ ਤਰੀਕੇ ਨਾਲ ਹੋਏਗੀ ਤਾਂ ਜਿਹੜੀ ਸਸਟੇਨੇਬਲ ਡਿਵੈਲਪਮੈਂਟ ਹੈ ਉਹ ਵੀ ਵਧੀਆ ਤਰੀਕੇ ਨਾਲ ਹੁੰਦੀ ਰਹੇਗੀ। ਮੀਨਸ ਫਾਈਨਾਂਸ ਦਾ ਸਟੇਬਲ ਹੋਣਾ ਜ਼ਰੂਰੀ ਹੈ। ਇਸ ਕਰਕੇ ਇਹਦੇ ਨੂੰ ਜੇਕਰ ਅਸੀਂ ਮੇਨਟੇਨ ਕਰ ਰਹੇ ਹਾਂ ਤਾਂ ਆਟੋਮੈਟਿਕਲੀ ਜਿਹੜੀ ਨਿਰੰਤਰ ਵਿਕਾਸ ਹੈ ਉਹ ਹੁੰਦਾ ਰਹੇਗਾ। ਮੇਨਟੇਨੈਂਸ ਆਫ ਪਾਪੂਲੇਸ਼ਨ ਰੇਸ਼ੋ, ਆਬਾਦੀ ਅਨੁਪਾਤ ਦਾ ਰੱਖ ਰਖਾਵ। ਟਿਕਾਊ ਵਿਕਾਸ ਦੀ ਧਾਰਨਾ ਜਿਹੜੀ ਢੁਕਵੇਂ ਆਬਾਦੀ ਅਨੁਪਾਤ ਨੂੰ ਸਥਿਰ ਕਰਨ ਦੇ ਵਿੱਚ ਵੀ ਸਹਾਇਤਾ ਕਰਦੀ ਹੈ। ਇਹ ਸੰਤੁਲਿਤ ਆਬਾਦੀ ਦਾ ਜਿਹੜਾ ਅਨੁਪਾਤ ਹੈ ਸਾਰੇ ਕੁਦਰਤੀ ਸਰੋਤਾਂ ਦੀ ਸਥਿਰਤਾ ਦੇ ਨਤੀਜੇ ਵਜੋਂ ਜਿਹੜੀ ਆਬਾਦੀ ਦੀ ਵਿਭਿੰਨਤਾ ਹੈ ਉਹਦਾ ਇੱਕ ਮਹੱਤਵਪੂਰਨ ਪੈਰਾਮੀਟਰ ਹੈ ਜੋ ਕਿ ਟਿਕਾਊ ਵਿਕਾਸ ਦੇ ਉਦੇਸ਼ ਨੂੰ ਪ੍ਰਾਪਤ ਕਰਨ ਦੇ ਲਈ ਸਹੀ ਹੋਣਾ ਚਾਹੀਦਾ ਹੈ। ਨੈਕਸਟ ਹੈ ਪ੍ਰੋਟੈਕਸ਼ਨ ਆਫ ਨੈਚੁਰਲ ਰਿਸੋਰਸਿਸ। ਜਿਹੜੇ ਕੁਦਰਤੀ ਸਾਧਨ ਨੇ ਉਹਨਾਂ ਦੀ ਸੁਰੱਖਿਆ। ਨਿਰੰਤਰ ਵਿਕਾਸ ਕੁਦਰਤੀ ਸਾਧਨਾਂ ਦੇ ਬਚਾਓ ਦੇ ਉੱਪਰ ਵੀ ਜ਼ੋਰ ਦਿੰਦਾ ਹੈ, ਉਹਨਾਂ ਦੇ ਨਵੀਨੀਕਰਨ ਸਾਧਨਾਂ ਦੀ ਖੋਜ ਵੀ ਕਰਦਾ ਹੈ ਅਤੇ ਭਵਿੱਖ ਦੇ ਲਈ ਜਿਹੜੇ ਕੁਦਰਤੀ ਸਾਧਨਾਂ ਦੀ ਸੁਰੱਖਿਆ ਕਰਨ ਦੇ ਲਈ ਜਿਹੜੀਆਂ ਨਵੀਆਂ ਵਿਧੀਆਂ ਨੇ ਉਹਨਾਂ ਦੀ ਖੋਜ ਵੀ ਕਰਦਾ ਹੈ। ਵਾਰਨਿੰਗ ਅਬਾਊਟ ਗਲੋਬਲ ਪਾਪੂਲੇਸ਼ਨ ਗਰੋਥ। ਹੁਣ ਜਿਹੜਾ ਪਾਪੂਲੇਸ਼ਨ ਦੀ ਜਿਹੜੀ ਗਰੋਥ ਹੈ ਉਹ ਬਹੁਤ ਜ਼ਿਆਦਾ ਹੋ ਰਹੀ ਹੈ ਅਤੇ ਸਾਨੂੰ ਇੱਕ ਤਰੀਕੇ ਦੀ ਵਾਰਨਿੰਗ ਵੀ ਦਿੰਦਾ ਹੈ। ਵਾਰਨਿੰਗ ਮੀਨਸ ਸਾਨੂੰ ਅਵੇਅਰ ਕਰਦਾ ਹੈ ਕਿ ਜਿਹੜੀ ਪਾਪੂਲੇਸ਼ਨ ਹੈ ਉਹ ਬਹੁਤ ਜ਼ਿਆਦਾ ਵੱਧ ਰਹੀ ਹੈ। ਹੁਣ ਇਹਦੇ ਅਕੋਰਡਿੰਗ ਸੰਯੁਕਤ ਰਾਸ਼ਟਰ ਦੇ ਜਿਹੜੇ ਅੰਕੜੇ ਨੇ ਉੱਥੇ ਇਹ ਅਨੁਮਾਨ ਲਗਾਇਆ ਗਿਆ ਕਿ ਸਾਲ 2100 ਤੱਕ ਇਸ ਧਰਤੀ ਦੇ ਉੱਪਰ ਜਿਹੜੀ ਪਾਪੂਲੇਸ਼ਨ ਹੈ ਉਹ 12 ਅਰਬ ਹੋ ਜਾਵੇਗੀ ਅਤੇ ਜੇਕਰ ਜਿਹੜੀ ਆਬਾਦੀ ਹੈ ਇਹ ਇਸ ਤਰੀਕੇ ਨਾਲ ਹੀ ਬੇਕਾਬੂ ਰਹੀ ਤਾਂ ਸਮਾਜ ਦੇ ਵਿੱਚ ਜਿਹੜਾ ਟਿਕਾਊ ਵਿਕਾਸ ਆ ਉਹ ਪੋਸੀਬਲ ਨਹੀਂ ਹੋਏਗਾ। ਇਸ ਕਰਕੇ ਇਹ ਲੋਕਾਂ ਨੂੰ ਅਵੇਅਰ ਵੀ ਕਰ ਰਹੀ ਹੈ। ਨੈਕਸਟ ਹੈ ਪ੍ਰੋਟੈਕਸ਼ਨ ਆਫ ਟੈਕਨੀਕਲ ਰਿਸੋਰਸਿਸ। ਜਿਹੜੇ ਟੈਕਨੀਕਲ ਰਿਸੋਰਸਿਸ ਨੇ ਉਹਨਾਂ ਦੀ ਸੁਰੱਖਿਆ ਵੀ ਕਰਨੀ ਹੈ। ਅਜੋਕੀ ਉਮਰ ਹੈ ਜਿਹੜਾ ਅਸੀਂ ਯੁੱਗ ਦੀ ਗੱਲ ਕਰਦੇ ਹਾਂ ਉਹ ਟੈਕਨੀਕ ਦਾ ਯੁੱਗ ਹੈ। ਮਨੁੱਖ ਆਪਣੀ ਜ਼ਿੰਦਗੀ ਦੇ ਸਾਰੇ ਪਹਿਲੂਆਂ ਦੇ ਲਈ ਜਿਹੜੀ ਟੈਕਨੋਲੋਜੀ ਉਹਦੇ ਉੱਪਰ ਬਹੁਤ ਜ਼ਿਆਦਾ ਡਿਪੈਂਡ ਕਰ ਰਿਹਾ ਹੈ। ਇਹ ਕਹਿਣਾ ਸਹੀ ਹੋਏਗਾ ਕਿ ਜੇਕਰ ਇਹਨਾਂ ਟੈਕਨੋਲੋਜੀਜ਼ ਨੇ ਲੋਕਾਂ ਦੀਆਂ ਮੰਗਾਂ ਪੂਰੀਆਂ ਕਰਨ ਦੇ ਕੰਮਾਂ ਨੂੰ ਪੂਰਾ ਕਰਨ ਦੇ ਲਈ ਢੁਕਵੇਂ ਤਰੀਕਿਆਂ ਦੀ ਵਰਤੋਂ ਵੀ ਕੀਤੀ ਹੈ ਅਤੇ ਅਜਿਹੀ ਟਿਕਾਊ ਸਥਿਰਤਾ ਲਈ ਢੁਕਵਾਂ ਸੰਤੁਲਨ ਕਾਇਮ ਰੱਖਣਾ ਵੀ ਜ਼ਰੂਰੀ ਹੈ। ਨੈਕਸਟ ਹੈ ਇੰਪੋਰਟੈਂਸ ਫਾਰ ਅਰਬਨ ਔਰ ਸਿਟੀ ਡਿਵੈਲਪਮੈਂਟ। ਸ਼ਹਿਰੀ ਵਿਕਾਸ ਲਈ ਮਹੱਤਵ। ਆਬਾਦੀ ਦੇ ਵਾਧੇ ਨਾਲ ਆਬਾਦੀ ਨੂੰ ਅਨੁਕੂਲ ਕਰਨ ਦੇ ਲਈ ਜਿਹੜੀ ਸ਼ਹਿਰੀ ਖੇਤਰਾਂ ਦੀ ਮੰਗਾਂ ਨੇ ਉਹ ਵੀ ਉਠਾਈਆਂ ਜਾਣਗੀਆਂ। ਜੇਕਰ ਇਹ ਸ਼ਹਿਰਾਂ ਦੀ ਅਸਥਿਰਤਾ ਦੇ ਸਿਧਾਂਤ ਦੇ ਉੱਪਰ ਵਿਕਸਿਤ ਕੀਤੇ ਜਾਂਦੇ ਨੇ ਤਾਂ ਰਹਿਣ ਦੇ ਲਈ ਬਹੁਤ ਜਿਹੜੇ ਖਰਚੇ ਨੇ ਉਹ ਵੀ ਆਉਣਗੇ। ਇਹ ਚਿੰਤਾਜਨਕ ਸਟੈਪ ਦੇ ਉੱਪਰ ਜਿਹੜੇ ਜੈਵਿਕ ਇੰਧਨ ਨੇ ਉਹ ਵੀ ਘਟ ਜਾਣ ਦਾ ਨਤੀਜਾ ਹੈ। ਇਹਨਾਂ ਜੈਵਿਕ ਇੰਧਨਾਂ ਦੀ, ਜੈਵਿਕ ਸਾਧਨਾਂ ਦੀ ਜਿਹੜੀ ਵਧੇਰੇ ਵਰਤੋਂ ਹੈ ਉਹ ਸ਼ਹਿਰੀ ਹਵਾ ਦੀ ਜਿਹੜੀ ਗੁਣਵੱਤਾ ਉਹਦੇ ਪੈਰਾਮੀਟਰਾਂ ਦੇ ਉੱਪਰ ਬੁਰਾ ਪ੍ਰਭਾਵ ਪਾਏਗੀ। ਇਸੇ ਤਰ੍ਹਾਂ ਜੇ ਸ਼ਹਿਰਾਂ ਨੂੰ ਟਿਕਾਊ ਪ੍ਰਬੰਧਨ 'ਤੇ ਵਿਕਸਿਤ ਕੀਤਾ ਜਾਂਦਾ ਹੈ ਤਾਂ ਇਹਦੇ ਨਾਲ ਇੱਕ ਸ਼ਾਨਦਾਰ ਬੁਨਿਆਦੀ ਢਾਂਚੇ ਦਾ ਨਿਰਮਾਣ ਕਰਨਾ ਲਾਭਦਾਇਕ ਹੋ ਸਕਦਾ ਹੈ। ਨੈਕਸਟ ਹੈ ਇੰਪੋਰਟੈਂਸ ਫਾਰ ਫਾਈਨੈਂਸ਼ੀਅਲ ਸਟੈਬਿਲਿਟੀ। ਵਿੱਤੀ ਸਥਿਰਤਾ ਬਣਾਈ ਰੱਖਣ ਦੇ ਲਈ ਵੀ ਜ਼ਰੂਰੀ ਹੈ। ਟਿਕਾਊ ਵਿਕਾਸ ਪੂਰੇ ਵਿਸ਼ਵ ਦੇ ਵਿੱਚ ਵਧੇਰੇ ਵਿੱਤੀ ਤੌਰ 'ਤੇ ਸਥਿਰ ਅਰਥ ਵਿਵਸਥਾ ਬਣਾਉਣ ਦੇ ਵਿੱਚ ਸਹਾਇਤਾ ਕਰ ਸਕਦਾ ਹੈ। ਲੋੜ ਅਨੁਸਾਰ ਸਰੋਤਾਂ ਦੀ ਲੋੜੀਂਦੀ ਵਰਤੋਂ ਦਾ ਵਿੱਤ 'ਤੇ ਸਿੱਧਾ ਜਾਂ ਅਸਿੱਧਾ ਪ੍ਰਭਾਵ ਪਏਗਾ ਜੋ ਆਖਰਕਾਰ ਅਜਿਹੇ ਜਿਹੜੇ ਸਰੋਤ ਨੇ ਉਹਨਾਂ ਦੀ ਸਥਿਰਤਾ ਪੈਦਾ ਕਰਦਾ ਹੈ। ਇਹਦੇ ਨਤੀਜੇ ਵਜੋਂ ਜਿਹੜੇ ਕੁਸ਼ਲ ਨੈਚੁਰਲ ਰਿਸੋਰਸਿਸ ਨੇ ਉਹਨਾਂ ਦੁਆਰਾ ਮੁਫਤ ਅਤੇ ਪਹੁੰਚਯੋਗ ਊਰਜਾ ਨੂੰ ਸਥਿਰ ਵਿਕਾਸ ਦੇ ਟੀਚੇ ਨੂੰ ਪ੍ਰਾਪਤ ਕਰਨ ਦੇ ਲਈ ਹੋਏਗਾ। ਨੈਕਸਟ ਹੈ ਕੰਟਰੋਲ ਓਵਰ ਕਲਾਈਮੇਟ ਚੇਂਜ। ਮਾੜੇ ਮੌਸਮ ਵਿੱਚ ਤਬਦੀਲੀ ਉੱਪਰ ਨਿਯੰਤਰਣ। ਹੁਣ ਮੌਸਮ ਦੇ ਵਿੱਚ ਤਬਦੀਲੀ ਇੱਕ ਹੋਰ ਵੀ ਬਹੁਤ ਵੱਡਾ ਚੈਲੰਜ ਹੈ ਸਾਡੇ ਸਾਹਮਣੇ, ਜਿਹਦਾ ਸਾਹਮਣਾ
ਅਸੀਂ ਇੰਡੀਅਨ ਤੇ ਬਾਕੀ ਜਿਹੜੇ ਕੰਟਰੀ ਨੇ ਉਹ ਵੀ ਕਰ ਰਹੇ ਨੇ। ਹੁਣ ਉਦਯੋਗੀਕਰਨ ਤੇ ਜਿਹੜੀ ਵਿਸ਼ਵੀਕਰਨ ਹੈ, ਮੀਨਜ਼ ਇੰਡਸਟਰੀਅਲਾਈਜੇਸ਼ਨ ਤੇ ਗਲੋਬਲਾਈਜੇਸ਼ਨ ਦੇ ਜਿਹੜੀ ਮਾਡਰਨ ਯੁੱਗ ਦੇ ਵਿੱਚ ਇਹ ਚੁਣੌਤੀ ਜਾਂ ਚੈਲੰਜ ਟਿਕਾਊ ਵਿਕਾਸ ਦੀ ਪ੍ਰਕਿਰਿਆ ਦੁਆਰਾ ਘੱਟ ਕੀਤੀ ਜਾ ਸਕਦੀ ਹੈ। ਇਹ ਸਿਰਫ ਜਿਹੜੇ ਜੈਵਿਕ ਸਾਧਨਾਂ ਦੀ ਸੀਮਤ ਸਪਲਾਈ ਦੇ ਜ਼ਰੀਏ ਹੀ ਸੰਭਵ ਹੋ ਸਕਦਾ ਹੈ। ਆਬਾਦੀ ਦੇ ਵਧਣ ਨਾਲ ਜ਼ਰੂਰਤ ਨਾਲੋਂ ਊਰਜਾ ਦੀ ਜਿਹੜੀ ਵੱਧ ਤੋਂ ਵੱਧ ਮੰਗ ਹੋਏਗੀ, ਜੋ ਆਖਰਕਾਰ ਜਿਹੜਾ ਉਹਦਾ ਇਫੈਕਟ ਹੈ ਉਹ ਜਲਵਾਯੂ ਦੇ ਉੱਪਰ ਹੀ ਪਏਗਾ। ਨੈਕਸਟ ਹੈ ਇੰਪੋਰਟੈਂਸ ਇਨ ਐਗਰੀਕਲਚਰ ਫੀਲਡਸ। ਖੇਤੀ ਦੇ ਸਮਾਜ ਦੇ ਵਿੱਚ ਵੀ ਇਹਦੀ ਮਹੱਤਤਾ ਹੈ ਸਸਟੇਨੇਬਲ ਡਿਵੈਲਪਮੈਂਟ ਦੀ। ਇੱਕ ਖੇਤੀ ਪ੍ਰਧਾਨ ਸੁਸਾਇਟੀ ਦੇ ਵਿੱਚ ਟਿਕਾਊ ਵਿਕਾਸ ਦੀ ਧਾਰਨਾ ਕਾਫੀ ਮਹੱਤਵਪੂਰਨ ਹੈ, ਜੋ ਖੇਤੀਬਾੜੀ ਅਤੇ ਇਸ ਦੇ ਉਤਪਾਦਨ ਦੇ ਉੱਪਰ ਆਧਾਰਿਤ ਹੈ। ਆਬਾਦੀ ਦੇ ਬੇਕਾਬੂ ਵਾਧੇ ਨਾਲ ਜਿਹੜਾ ਖਾਣੇ ਦਾ ਸੰਕਟ ਹੈ ਉਹ ਵੀ ਪੱਕਾ ਆਏਗਾ। ਜੇਕਰ ਭਵਿੱਖ ਦੇ ਵਿੱਚ ਜਿਹੜੀ ਰਵਾਇਤੀ ਬਿਜਾਈ ਹੈ, ਮੀਨਜ਼ ਪੁਰਾਣੇ ਢੰਗਾਂ ਨਾਲ ਬਿਜਾਈ, ਸਿੰਚਾਈ, ਸਪਰੇਅ, ਨਦੀਨ ਅਤੇ ਜਿਹੜੀ ਕਟਾਈ ਦੇ ਢੰਗ ਨੇ ਇਹਨਾਂ ਦੀ ਵਰਤੋਂ ਕੀਤੀ ਜਾਏਗੀ, ਤਾਂ ਇਹਦੇ ਨਾਲ ਜਿਹੜੇ ਸਾਡੇ ਜੈਵਿਕ ਸਾਧਨ ਨੇ ਜਿਨ੍ਹਾਂ ਦੀ ਅਸੀਂ ਵਰਤੋਂ ਕਰਦੇ ਹਾਂ ਉਹਨਾਂ ਦੇ ਉੱਪਰ ਬਹੁਤ ਵੱਡਾ ਪ੍ਰਭਾਵ ਪਏਗਾ। ਜੇ ਅਸੀਂ ਹੈਪੀ ਸੀਡਰ, ਡ੍ਰਿਪ ਸਿੰਚਾਈ ਜਿਹੜੀ ਟੈਕਨੋਲੋਜੀਕਲ ਪ੍ਰੇਰਕ ਨੇ ਤੇ ਫਸਲਾਂ ਲਈ ਟਿਕਾਊ ਖੇਤੀਬਾੜੀ ਕਾਰਜ ਨੇ, ਕੰਮ ਨੇ, ਉਹਨਾਂ ਨੂੰ ਅਮਲ ਦੇ ਵਿੱਚ ਲਿਆਵਾਂਗੇ ਤਾਂ ਇਹ ਫਸਲਾਂ ਦਾ ਵਧੀਆ ਝਾੜ ਵੀ ਦੇਣਗੇ ਤੇ ਇਹਦੇ ਨਾਲ ਜਿਹੜੀ ਮਿੱਟੀ ਦੀ ਉਪਜਾਊ ਸ਼ਕਤੀ ਆ ਉਹਦੇ ਵਿੱਚ ਵੀ ਵਾਧਾ ਹੋਏਗਾ। ਪਰਸੂਟ ਆਫ ਐਕਸੀਲੈਂਸ ਮੀਨਜ਼ ਉੱਤਮਤਾ ਦੇ ਮਾਪਦੰਡ। ਟਿਕਾਊ ਵਿਕਾਸ ਨੂੰ ਸਮਾਜ ਦੇ ਸਾਰੇ ਖੇਤਰਾਂ ਵਿੱਚ ਉੱਤਮਤਾ ਦਾ ਸਭ ਤੋਂ ਜਿਹੜਾ ਮਹੱਤਵਪੂਰਨ ਪੈਰਾਮੀਟਰ ਹੈ ਉਹ ਮੰਨਿਆ ਜਾਂਦਾ ਹੈ। ਇਹ ਮਨੁੱਖੀ ਉੱਤਮਤਾ ਨੂੰ ਮੀਨਜ਼ ਜਿਹੜਾ ਹਿਊਮਨ ਬੀਇੰਗ ਆ ਸੁਪੀਰੀਅਰਟੀ ਆ ਉਹਨੂੰ ਇਹ ਦਰਸਾਉਂਦਾ ਹੈ, ਕਿਉਂਕਿ ਇਹ ਸਮਾਜ ਵਿੱਚ ਪ੍ਰਚਲਿਤ ਤਕਨੀਕੀ ਖੋਜਾਂ ਨੂੰ ਸਥਿਰ ਕਰਨ ਦੇ ਲਈ ਮਨੁੱਖੀ ਬੁੱਧੀ ਦੇ ਵੱਖ-ਵੱਖ ਜਿਹੜੇ ਗੁਣ ਨੇ ਉਹਨਾਂ ਨੂੰ ਸਾਂਝਾ ਕਰਦਾ ਹੈ। ਪ੍ਰਜ਼ਰਵੇਸ਼ਨ ਆਫ ਰੀਨਿਊਏਬਲ ਰਿਸੋਰਸਸ। ਰੀਨਿਊਏਬਲ ਹੁੰਦੇ ਨੇ ਜਿਹੜੇ ਕਿ ਨਵਿਆਉਣਯੋਗ ਹੁੰਦੇ ਨੇ, ਨਵਿਆਉਣਯੋਗ ਸਰੋਤਾਂ ਦੀ ਸੰਭਾਲ। ਇਹ ਟਿਕਾਊ ਵਿਕਾਸ ਦੀ ਇੱਕ ਸਭ ਤੋਂ ਮਹੱਤਵਪੂਰਨ ਨੀਂਹ ਹੈ, ਜੋ ਪਾਣੀ, ਹਵਾ, ਜ਼ਮੀਨ ਆਦਿ ਦੇ ਨਵੀਨੀਕਰਨ ਸਰੋਤਾਂ ਦੀ ਕੁਸ਼ਲ ਅਤੇ ਜਿਹੜੀ ਨਿਯੰਤਰਿਤ ਵਰਤੋਂ 'ਤੇ ਜ਼ੋਰ ਦਿੰਦੀ ਹੈ ਕਿ ਮੀਨਜ਼ ਅਸੀਂ ਇਹਨਾਂ ਚੀਜ਼ਾਂ ਨੂੰ ਸਹੀ ਤਰੀਕੇ ਨਾਲ ਯੂਜ਼ ਕਰਨਾ ਹੈ। ਇਹ ਸੰਭਾਲ ਕੀਮਤੀ ਸਰਪਲਸ ਦੇ ਬਚਾਅ ਦਾ ਕਾਰਨ ਬਣ ਸਕਦੀ ਹੈ। ਸਾਰੀ ਜਿਹੜੀ ਮਨੁੱਖ ਜਾਤੀ ਹੈ ਉਹਦੇ ਲਈ ਇਹ ਸਰੋਤ ਬਹੁਤ ਹੀ ਜ਼ਿਆਦਾ ਜਿਹੜੇ ਲਾਹੇਵੰਦ ਨੇ ਉਹ ਹੋਣਗੇ। ਨੈਕਸਟ ਹੈ ਪ੍ਰੋਵੀਜ਼ਨ ਆਫ ਬੇਸਿਕ ਹਿਊਮਨ ਨੀਡਸ। ਮਨੁੱਖ ਜਿਹੜੇ ਬੁਨਿਆਦੀ ਜ਼ਰੂਰਤਾਂ ਦੀ ਪੂਰਤੀ ਦੇ ਲਈ ਵਿਵਸਥਾ। ਦੁਨੀਆ ਭਰ ਦੇ ਸਾਰੇ ਜਿਹੜੇ ਦੇਸ਼ ਨੇ ਉਹਨਾਂ ਨੂੰ ਲੋਕਾਂ ਦੀਆਂ ਮੁੱਢਲੀਆਂ ਜ਼ਰੂਰਤਾਂ ਪੂਰੀਆਂ ਕਰਨ ਦੇ ਪ੍ਰਬੰਧਾਂ ਨੂੰ ਵੀ ਅਪਣਾਉਣਾ ਚਾਹੀਦਾ ਹੈ। ਕੁਦਰਤੀ ਸਰੋਤਾਂ ਦੀ ਕੋਈ ਜਿਹੜੀ ਬਰਬਾਦੀ ਹੈ, ਕਿਸੇ ਤਰ੍ਹਾਂ ਦੀ ਵੇਸਟੇਜ ਉਹ ਨਹੀਂ ਹੋਣੀ ਚਾਹੀਦੀ। ਆਬਾਦੀ ਦਾ ਜਿਹੜਾ ਵਿਸਫੋਟਕ ਵਾਧਾ ਹੈ ਉਹ ਮੁੱਢਲੀਆਂ ਜ਼ਰੂਰਤਾਂ ਜਿਵੇਂ ਕਿ ਰੋਟੀ, ਕੱਪੜਾ ਅਤੇ ਮਕਾਨ ਇਹਨਾਂ ਦੀ ਵਰਤੋਂ ਦੇ ਵਿੱਚ ਮਦਦ ਕਰਦਾ ਹੈ। ਇਹ ਟਿਕਾਊ ਵਿਕਾਸ ਦੀ ਪ੍ਰਾਪਤੀ ਦੇ ਤਰੀਕੇ ਨਾਲ ਹੀ ਸੰਭਵ ਹੋ ਸਕਦਾ ਹੈ। ਨੈਕਸਟ ਹੈ ਇੰਪੋਰਟੈਂਟ ਫਾਰ ਫਰੇਮਿੰਗ ਨਿਊ ਪਾਲਿਸੀਜ਼। ਜਿਹੜੀਆਂ ਨਵੀਆਂ ਨੀਤੀਆਂ ਨੇ ਉਹ ਤਿਆਰ ਕਰਨ ਦੇ ਲਈ ਵੀ ਮਹੱਤਵਪੂਰਨ ਹੈ। ਇੰਡਸਟਰੀਅਲਾਈਜੇਸ਼ਨ ਤੇ ਗਲੋਬਲਾਈਜੇਸ਼ਨ ਦੇ ਆਧੁਨਿਕ ਯੁੱਗ ਦੇ ਵਿੱਚ ਸਾਡੇ ਜਿਹੜੇ ਕੁਦਰਤੀ ਸਰੋਤ ਨੇ ਤੇ ਊਰਜਾ ਸਰੋਤ ਨੇ ਇਹਨਾਂ ਦੀ ਵਰਤੋਂ ਆ ਜਿਹੜੀ ਬਹੁਤ ਬੇਕਾਬੂ ਰਫ਼ਤਾਰ ਦੇ ਨਾਲ ਕੀਤੀ ਜਾ ਰਹੀ ਹੈ। ਇਸ ਲਈ ਇਹਨਾਂ ਸਮਿਆਂ ਦੇ ਵਿੱਚ ਜਿਹੜੀਆਂ ਕਾਰਜ ਦੀਆਂ ਕੰਮ ਕਰਨ ਦੀਆਂ ਨੀਤੀਆਂ ਨੇ, ਪਾਲਿਸੀਜ਼ ਨੇ ਅਤੇ ਪ੍ਰੋਗਰਾਮ ਨੇ ਉਹਨਾਂ ਨੂੰ ਤਿਆਰ ਕਰਨ ਦਾ ਇਹ ਬਹੁਤ ਹੀ ਉਚਿਤ ਸਮਾਂ ਹੈ, ਤਾਂ ਜੋ ਇਹਨਾਂ ਸਾਡੇ ਜਿਹੜੇ ਇੰਪੋਰਟੈਂਟ ਰਿਸੋਰਸਿਸ ਨੇ ਉਹਨਾਂ ਦੀ ਰੱਖਿਆ ਦੇ ਲਈ ਅਸੀਂ ਕੁਝ ਜਿਹੜੇ ਐਫਰਟਸ ਨੇ ਉਹ ਕਰ ਸਕੀਏ। ਨੈਕਸਟ ਹੈ ਬੇਸਿਕ ਪ੍ਰਿੰਸੀਪਲ। ਇਹ ਇੱਕ ਆਦਰਯੋਗ ਸਿਧਾਂਤ ਵੀ ਹੈ, ਮੀਨਜ਼ ਮੁੱਢਲਾ ਸਿਧਾਂਤ ਵੀ ਹੈ ਜਿਸ ਨੂੰ ਸਮਾਜ ਦੇ ਹਰੇਕ ਪੱਧਰ 'ਤੇ ਲਾਗੂ ਕੀਤਾ ਜਾ ਸਕਦਾ ਹੈ। ਇਹ ਵਰਤਮਾਨ ਪੀੜ੍ਹੀ ਦੀਆਂ ਲੋੜਾਂ ਨੂੰ ਪੂਰਾ ਕਰਨ ਦੇ ਨਾਲ ਨਾਲ ਭਵਿੱਖ ਵਾਲੀ ਜਿਹੜੀ ਪੀੜ੍ਹੀ ਹੈ ਉਹਦੀਆਂ ਜ਼ਰੂਰਤਾਂ ਅਤੇ ਇੱਛਾਵਾਂ ਨੂੰ ਵੀ ਧਿਆਨ ਦੇ ਵਿੱਚ ਰੱਖਦਾ ਹੈ। ਨੈਕਸਟ ਹੈ ਅਵੇਅਰਨੈਸ ਅਬਾਊਟ ਹੋਲ ਪਾਪੂਲੇਸ਼ਨ ਗਰੋਥ। ਹੁਣ ਸਸਟੇਨੇਬਲ ਡਿਵੈਲਪਮੈਂਟ ਦੀ ਇੱਕ ਮਹੱਤਤਾ ਇਸ ਪੱਖ ਤੋਂ ਹੈ ਕਿਉਂਕਿ ਜਿਹੜੀ ਸਾਡੀ ਪਾਪੂਲੇਸ਼ਨ ਆ ਉਹਦੇ 'ਚ ਜੋ ਲਗਾਤਾਰ ਵਾਧਾ ਹੋ ਰਿਹਾ ਹੈ ਅਤੇ ਉਸ ਹੋਣ ਵਾਲੇ ਵਾਧੇ ਤੋਂ ਕਿਹੜੇ ਜਿਹੜੇ ਗਲਤ ਪ੍ਰਭਾਵ ਨੇ ਉਹ ਪੈਣਗੇ ਉਹਨਾਂ ਬਾਰੇ ਵੀ ਸਾਨੂੰ ਇਹ ਅਵੇਅਰ ਕਰਦਾ ਹੈ। ਨੈਕਸਟ ਹੈ ਰਿਸਰਚ ਐਂਡ ਸਸਟੇਨੇਬਲ ਡਿਵੈਲਪਮੈਂਟ। ਖੋਜ ਅਤੇ ਟਿਕਾਊ ਵਿਕਾਸ। ਟਿਕਾਊ ਵਿਕਾਸ ਜੀਵਨ ਦੇ ਵੱਖ-ਵੱਖ ਖੇਤਰਾਂ ਦੇ ਵਿੱਚ ਖੋਜ ਨੂੰ ਪੂਰਾ ਕਰਨ ਦੇ ਵਿੱਚ ਵੀ ਸਹਾਇਤਾ ਕਰਦਾ ਹੈ। ਡਾਕਟਰੀ ਜਿਹੜੀ ਜ਼ਿੰਦਗੀ ਹੈ ਕੋਈ ਅਪਵਾਦ ਨਹੀਂ, ਇਸ ਤਰ੍ਹਾਂ ਦਾ ਕੋਈ ਇਸ਼ੂ ਨਹੀਂ। ਟਿਕਾਊ ਵਿਕਾਸ ਦੇ ਟੀਚਿਆਂ ਨੂੰ ਪ੍ਰਾਪਤ ਕਰਨ ਦੇ ਲਈ ਜਿਹੜੀ ਮੈਡੀਸਨ ਹੈ, ਫਾਰਮਾਕੋਲੋਜੀ ਦੇ ਖੋਜ ਕਾਰਜਾਂ ਦੇ ਨਾਲ ਕਈ ਜਿਹੜੀਆਂ ਬਿਮਾਰੀਆਂ ਦਾ ਇਲਾਜ ਉਹ ਕੀਤਾ ਜਾ ਸਕਦਾ ਹੈ। ਦੂਸਰੇ ਸ਼ਬਦਾਂ ਵਿੱਚ ਅਸੀਂ ਇਹ ਵੀ ਕਹਿ ਸਕਦੇ ਹਾਂ ਕਿ ਯੁੱਧ ਦੇ ਖੇਤਰ ਦੇ ਵਿੱਚ ਨਵੀਆਂ ਤਕਨੀਕਾਂ ਅਤੇ ਉਪਕਰਨ ਟਿਕਾਊ ਵਿਕਾਸ ਦੇ ਵਿਚਾਰਾਂ ਨੂੰ ਧਿਆਨ ਦੇ ਵਿੱਚ ਰੱਖ ਕੇ ਬਣਾਇਆ ਜਾ ਸਕਦਾ ਹੈ। ਨੈਕਸਟ ਹੈ ਇੰਪਰੂਵਿੰਗ ਦਾ ਕੁਆਲਿਟੀ ਆਫ ਲਾਈਫ। ਜੀਵਨ ਦੀ ਗੁਣਵੱਤਾ ਵਿੱਚ ਸੁਧਾਰ। ਮਨੁੱਖ ਦੇ ਜੀਵਨ ਦੀ ਗੁਣਵੱਤਾ ਨੂੰ ਟਿਕਾਊ ਵਿਕਾਸ ਦੀ ਸਹਾਇਤਾ ਨਾਲ ਸੁਧਾਰਿਆ ਜਾ ਸਕਦਾ ਹੈ। ਇਹ ਯੋਜਨਾਬੱਧ ਢੰਗ ਨਾਲ ਜੀਵਨ ਦੀਆਂ ਜਿਹੜੀਆਂ ਵੱਖ-ਵੱਖ ਗਤੀਵਿਧੀਆਂ ਦੇ ਪ੍ਰਬੰਧਨ ਲਈ ਰਾਹ ਪੱਧਰਾ ਕਰਦਾ ਹੈ, ਜਿਸ ਦੇ ਨਤੀਜੇ ਵਜੋਂ ਜ਼ਿੰਦਗੀ ਨੂੰ ਬਿਹਤਰ ਬਣਾਉਣ ਦੇ ਲਈ ਜਿਹੜੇ ਨਵੇਂ ਸਾਧਨ ਨੇ ਅਤੇ ਜਿਹੜੇ ਉਪਾਅ ਨੇ ਉਹ ਅਪਣਾਏ ਜਾ ਸਕਦੇ ਨੇ।
ਨੈਕਸਟ ਹੈ ਬੈਲੈਂਸ ਬਿਟਵੀਨ ਪ੍ਰੈਜੈਂਟ ਐਂਡ ਫਿਊਚਰ ਜਨਰੇਸ਼ਨਸ, ਮੌਜੂਦਾ ਅਤੇ ਆਉਣ ਵਾਲੀਆਂ ਪੀੜ੍ਹੀਆਂ ਦੇ ਵਿਚਕਾਰ ਸੰਤੁਲਨ। ਟਿਕਾਊ ਵਿਕਾਸ ਮੌਜੂਦਾ ਅਤੇ ਆਉਣ ਵਾਲੀਆਂ ਪੀੜ੍ਹੀਆਂ ਦੇ ਵਿੱਚ ਜਿਹੜਾ ਸੰਤੁਲਨ ਉਹ ਬਣਾਉਣ ਦੇ ਵਿੱਚ ਵੀ ਸਹਾਇਤਾ ਕਰਦਾ ਹੈ। ਟਿਕਾਊ ਵਿਕਾਸ ਦੀ ਇਸ ਪਹੁੰਚ ਦੀ ਸਹਾਇਤਾ ਦੇ ਨਾਲ ਮਨੁੱਖ ਨੂੰ ਇਕਸਾਰ ਪ੍ਰਬੰਧਨ ਅਤੇ ਸਥਿਰ ਬਣਾਇਆ ਜਾ ਸਕਦਾ ਹੈ। ਇੰਪੋਰਟੈਂਸ ਇਨ ਕਲਟੀਵੇਸ਼ਨ ਆਫ ਰਿਸੋਰਸਿਸ ਆਫ ਵੈਲਿਊਜ਼, ਕਦਰਾਂ ਕੀਮਤਾਂ ਦੇ ਸਰੋਤਾਂ ਦੀ ਕਾਸ਼ਤ ਵਿੱਚ ਮਹੱਤਵ। ਟਿਕਾਊ ਵਿਕਾਸ ਦੀ ਧਾਰਨਾ ਮਨੁੱਖ ਦੇ ਭਲਾਈ ਦੇ ਲਈ ਮਨੁੱਖਾਂ ਦੇ ਮਨਾਂ ਦੇ ਵਿੱਚ ਜਿਹੜੀਆਂ ਕਦਰਾਂ ਕੀਮਤਾਂ ਨੇ, ਮੋਰਲ ਵੈਲਿਊਜ਼ ਨੇ, ਉਹਨਾਂ ਦੀ ਕਲਟੀਵੇਸ਼ਨ ਕਰਨ ਦੇ ਵਿੱਚ ਵੀ ਸਹਾਇਤਾ ਕਰਦੀ ਹੈ। ਇਹ ਕੁਦਰਤ ਵਿੱਚ ਨੈਤਿਕ, ਸਮਾਜਿਕ ਅਤੇ ਧਾਰਮਿਕ ਕਦਰਾਂ ਕੀਮਤਾਂ ਦੀ ਬਿਹਤਰੀ ਵਾਸਤੇ ਮਨੁੱਖੀ ਜੀਵਨ ਦੀ ਬਿਹਤਰੀ ਦੇ ਲਈ ਜਿਹੜਾ ਰਾਹ ਹੈ ਉਹ ਵੀ ਪੱਧਰਾ ਕਰਦੀ ਹੈ। ਨੈਕਸਟ ਹੈ ਅਪਰੋਚ ਫਾਰ ਸਾਈਟਡਨੈਸ, ਦੂਰਦ੍ਰਿਸ਼ਟੀ ਲਈ ਪਹੁੰਚ। ਮਨੁੱਖ ਦੇ ਮਨਾਂ ਵਿੱਚ ਦੂਰਦ੍ਰਿਸ਼ਟੀ ਦੀ ਪਹੁੰਚ ਟਿਕਾਊ ਵਿਕਾਸ ਦਾ ਇੱਕ ਅੰਤਿਮ ਨਤੀਜਾ ਹੈ। ਅਸੀਂ ਆਪਣੀ ਰੋਜ਼ਮर्रा ਦੀ ਜ਼ਿੰਦਗੀ ਵਿੱਚ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨ ਦੇ ਲਈ ਜਿਹੜੀ ਦੂਰਦ੍ਰਿਸ਼ਟੀ ਵਾਲੀ ਸੋਚ ਹੈ ਉਹਨੂੰ ਅਪਣਾਉਣ ਦੇ ਯੋਗ ਬਣ ਜਾਂਦੇ ਹਾਂ। ਇਸ ਲਈ ਟਿਕਾਊ ਵਿਕਾਸ ਦੂਰਦ੍ਰਿਸ਼ਟੀ ਸੋਚ ਦੇ ਲਈ ਇੱਕ ਬਹੁਤ ਹੀ ਵਧੀਆ ਸਾਧਨ ਹੈ। ਟੂ ਮੇਨਟੇਨ ਸਿਕਿਉਰਿਟੀ ਫॉर ਫਿਊਚਰ, ਭਵਿੱਖ ਦੇ ਜੀਵਨ ਲਈ ਸੁਰੱਖਿਆ ਬਣਾਈ ਰੱਖਣ ਦੇ ਲਈ ਟਿਕਾਊ ਵਿਕਾਸ ਦੀ ਜਿਹੜੀ ਸਹਾਇਤਾ ਹੈ ਉਹਦੇ ਨਾਲ ਭਵਿੱਖ ਦੀ ਜ਼ਿੰਦਗੀ ਦੀ ਸੁਰੱਖਿਆ ਵੀ ਬਣਾ ਕੇ ਰੱਖੀ ਜਾ ਸਕਦੀ ਹੈ। ਟਿਕਾਊ ਵਿਕਾਸ ਦੀ ਸਹਾਇਤਾ ਦੇ ਨਾਲ ਕਈ ਕਿਸਮ ਦੀਆਂ ਜਿਹੜੇ ਰੁਕਾਵਟਾਂ ਨੇ ਉਹਨਾਂ ਨੂੰ ਦੂਰ ਕੀਤਾ ਜਾ ਸਕਦਾ ਹੈ। ਨੈਕਸਟ ਡਿਵੈਲਪਮੈਂਟ ਆਫ ਪੋਜ਼ਿਟਿਵ ਐਟੀਟਿਊਡ, ਸਕਾਰਾਤਮਕ ਰਵੱਈਏ ਦਾ ਵਿਕਾਸ। ਸਕਾਰਾਤਮਕ ਰਵੱਈਏ ਦੇ ਵਿਚਾਰ ਨੂੰ ਟਿਕਾਊ ਵਿਕਾਸ ਦੀ ਸਹਾਇਤਾ ਨਾਲ ਅਸੀਂ ਵਿਕਸਿਤ ਕਰ ਸਕਦੇ ਹਾਂ। ਇਹ ਸਾਡੇ ਜਿਹੜਾ ਵਧੀਆ ਐਟੀਟਿਊਡ ਆ ਉਹਦੇ ਵਿੱਚ ਪਰਿਵਰਤਨ ਦੇ ਵਿਕਾਸ ਦੇ ਨਤੀਜੇ ਵਜੋਂ ਸਾਡੀ ਜਿਹੜੀ ਜ਼ਿੰਦਗੀ ਦੇ ਹਰ ਹਿੱਸੇ ਨੂੰ ਇੱਕ ਚੈਨਲ ਬਣਾਉਂਦੇ ਨੇ। ਨਤੀਜੇ ਵਜੋਂ ਟਿਕਾਊ ਵਿਕਾਸ ਸਾਡੇ ਸਰੀਰ, ਦਿਮਾਗ ਅਤੇ ਆਤਮਾ ਨੂੰ ਵੀ ਤੰਦਰੁਸਤ ਰੱਖਦਾ ਹੈ। ਨੈਕਸਟ ਹੈ ਇੰਪੋਰਟੈਂਸ ਫॉर ਸਸਟੇਨੇਬਲ ਬਾਇਓਡਾਇਵਰਸਿਟੀ, ਜੈਵ ਵਿਭਿੰਨਤਾ ਨੂੰ ਸਥਿਰ ਕਰਨ ਵਿੱਚ ਮਹੱਤਵ। ਜੈਵਿਕ ਵਿਭਿੰਨਤਾ ਬਹੁਤ ਜ਼ਿਆਦਾ ਗਿਰਾਵਟ ਅਤੇ ਜਿਹੜੇ ਸਾਡੇ ਜੈਵਿਕ ਰਿਸੋਰਸਿਸ ਨੇ ਇਹਨਾਂ ਦੀ ਬੇਕਾਬੂ ਵਰਤੋਂ ਦਾ ਸਾਹਮਣਾ ਕਰ ਰਹੀ ਹੈ। ਇਹੀ ਕਾਰਨ ਹੈ ਕਿ ਜਿਹੜੀ ਜੀਵ ਵਿਭਿੰਨਤਾ ਹੈ, ਬਾਇਓਡਾਇਵਰਸਿਟੀ ਹੈ, ਦਿਨੋਂ ਦਿਨ ਘਟਦੀ ਜਾ ਰਹੀ ਹੈ। ਅਤੇ ਬਾਇਓਡਾਇਵਰਸਿਟੀ ਦੀ ਇਹ ਕਮੀ ਸਾਡੇ ਕੁਦਰਤੀ ਸਰੋਤਾਂ ਜਿਵੇਂ ਕਿ ਸਾਡੇ ਜਿਹੜੇ ਸਮੁੰਦਰ ਨੇ, ਹਵਾ ਅਤੇ ਐਲਗੀ ਆਦਿ ਜਿਹੜੀਆਂ ਪ੍ਰਜਾਤੀਆਂ ਨੇ ਉਹਨਾਂ ਨੂੰ ਵੀ ਪ੍ਰਦੂਸ਼ਿਤ ਕਰ ਰਹੀ ਹੈ। ਨੈਕਸਟ ਹੈ ਇਨਸ਼ੋਰਿੰਗ ਯੂਨੀਫਾਈਡ ਡਿਵੈਲਪਮੈਂਟ, ਏਕੀਕ੍ਰਿਤ ਵਿਕਾਸ ਨੂੰ ਯਕੀਨੀ ਬਣਾਉਣਾ। ਟਿਕਾਊ ਵਿਕਾਸ ਦੀ ਇੱਕ ਹੋਰ ਮਹੱਤਤਾ ਇਸ ਤੱਥ ਦੇ ਵਿੱਚ ਵੀ ਹੈ ਕਿ ਇਹ ਇਕਜੁੱਟ ਅਤੇ ਯੋਜਨਾਬੱਧ ਕਿਸਮ ਦੇ ਵਿਕਾਸ ਦੇ ਵੱਲ ਰਾਹ ਪੱਧਰਾ ਕਰਦਾ ਹੈ ਜੋ ਆਖਿਰਕਾਰ ਸਮਾਜ ਵਿੱਚ ਸਥਿਰਤਾ ਦੇ ਸਿਧਾਂਤ ਦੀ ਪਾਲਣਾ ਕਰਦਾ ਹੈ। ਦੂਸਰੇ ਸ਼ਬਦਾਂ ਵਿੱਚ ਅਸੀਂ ਇਹ ਕਹਿ ਸਕਦੇ ਹਾਂ ਕਿ ਜਿਹੜਾ ਸਸਟੇਨੇਬਲ ਡਿਵੈਲਪਮੈਂਟ ਦਾ ਕਨਸੈਪਟ ਹੈ ਇਹ ਬਿਨਾਂ ਕਿਸੇ ਰੁਕਾਵਟ ਅਤੇ ਖਤਰੇ ਦੇ ਸਾਰੇ ਸਮਾਗਮਾਂ ਦੇ ਨਮੂਨੇ ਵਾਲੇ ਵਿਵਹਾਰ ਦੀ ਕਲਪਨਾ ਕਰਦੀ ਹੈ। ਡੀਅਰ ਸਟੂਡੈਂਟਸ, ਮੈਂ ਉਮੀਦ ਕਰਦੀ ਹਾਂ ਕਿ ਇਹ ਟੌਪਿਕ ਵੀ ਤੁਹਾਨੂੰ ਸਹੀ ਤਰੀਕੇ ਨਾਲ ਸਮਝ ਆ ਗਿਆ ਹੋਵੇਗਾ। ਥੈਂਕਸ ਫॉर ਵਾਚਿੰਗ।